ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ। ਤੁਹਾਨੂੰ ਪਤਾ ਕਿ ਅੱਜ ਹੀ ਆਪਾਂ ਇੱਕ ਸ਼ਾਰਟ ਨੋਟਸ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਲਾਇਬ੍ਰੇਰੀ ਦੀਆਂ ਅਸਾਮੀਆਂ ਆ ਚੁੱਕੀਆਂ। ਸੋ ਉਹਨਾਂ ਅਸਾਮੀਆਂ ਦੇ ਲਈ ਕੌਣ ਅਪਲਾਈ ਕਰ ਸਕਦਾ ਹੈ, ਤਾਂ ਇਸ ਅਸਾਮੀ ਦੀ ਇੱਕ ਚੀਜ਼ ਜਿਹੜੀ ਨੋਟ ਕਰਾਈ ਜਾਊਗੀ। ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣ ਲਿਓ। ਔਰ ਤਾਂ ਕਿ ਲਾਇਬ੍ਰੇਰੀ ਦੀ ਜਿਹੜੀਆਂ 750 ਅਸਾਮੀਆਂ ਆਈਆਂ ਤਾਂ ਉਹਨਾਂ ਵਿੱਚ ਕਿੰਨਾ ਏਜ ਹੋਏਗੀ, ਕਿੰਨਾ ਉਸ ਦੇ ਵਿੱਚ ਟੈਸਟ ਹੋਏਗਾ, ਕੀ ਸਿਲੇਬਸ ਹੋਏਗਾ, ਸਭ ਕੁਝ ਜਿਹੜਾ ਦੱਸਣ ਦੀ ਕੋਸ਼ਿਸ਼ ਕਰਾਂਗੇ। ਸੋ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰਦੇ ਹੋ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ। ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ SSSB ਦੁਆਰਾ ਜਿਹੜਾ ਇਹ ਨੋਟਸ ਜਿਹੜਾ ਕਰ ਦਿੱਤਾ ਗਿਆ ਕਿ 750 ਅਸਾਮੀਆਂ ਲਾਇਬ੍ਰੇਰੀ ਦੀਆਂ ਹੈਗੀਆਂ, ਤਾਂ ਜਿਹਦੇ ਵਿੱਚ ਮਿਤੀ ਜਿਹੜੀ ਰੱਖੀ ਗਈ ਆ 2 ਅਪ੍ਰੈਲ ਤੋਂ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਨਾਲ ਹੀ ਲਿਖਿਆ ਕਿ ਅਪਲਾਈ ਕਰਨ ਲਈ ਸ਼ੁਰੂਆਤੀ ਮਿਤੀ ਹੈਗੀ ਆ 5 ਤੋਂ ਅਪਲਾਈ ਹੋਏਗਾ। ਠੀਕ ਹੈ, ਸ਼ੁਰੂਆਤੀ ਮਿਤੀ 5 ਤੋਂ ਹੀ ਅਪਲਾਈ ਹੋਏਗਾ। ਔਰ ਨੋਟਸ ਜਿਹੜਾ 2 ਨੂੰ ਆ ਚੁੱਕਿਆ। ਹੁਣ ਦੂਸਰੀ ਗੱਲ ਕਿ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 26/4 ਹੋਏਗੀ। ਲਗਭਗ ਤੁਹਾਡੇ ਕੋਲ 20 ਦਿਨ ਹੈਗੇ ਆ, ਤਾਂ 20 ਦਿਨਾਂ ਦੇ ਵਿੱਚ ਜਲਦੀ ਜਿਹੜਾ ਅਪਲਾਈ ਜ਼ਰੂਰ ਕਰ ਦਿਓ। ਔਰ ਫੀਸ ਦੀ ਆਖਰੀ ਮਿਤੀ ਹੋਏਗੀ 29 ਅਪ੍ਰੈਲ। ਔਰ ਜੇਕਰ ਗੱਲ ਕੀਤੀ ਜਾਵੇ ਇਹਨਾਂ ਪੋਸਟਾਂ ਦੀ ਟੋਟਲ ਗਿਣਤੀ ਹੈ, ਲਾਇਬ੍ਰੇਰੀਅਨ ਦੀਆਂ ਪੋਸਟਾਂ ਨੇ, ਸਕੂਲ ਲਾਇਬ੍ਰੇਰੀਅਨ ਦੀਆਂ ਪੋਸਟਾਂ ਹੈਗੀਆਂ 750। ਇਹ ਵਾਲੀ ਵੈਬਸਾਈਟ ਤੇ ਤੁਸੀਂ ਨੋਟੀਫਿਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ। ਅਸਾਮੀਆਂ ਦੀ ਕੈਟਾਗਰੀ ਬਾਅਦ ਜਿਹੜੀ ਵੰਡ ਕੀਤੀ ਗਈ ਹੈ, ਇੱਕ ਵਾਰ ਉਹ ਨੋਟ ਕਰ ਲਈਏ ਥੋੜ੍ਹਾ ਜਿਹਾ ਕਿ ਇਸ ਅਸਾਮੀ ਦੇ ਵਿੱਚ ਕੈਟਾਗਰੀ ਵਿੱਚ ਕਿੰਨੀਆਂ ਅਸਾਮੀਆਂ ਆਉਂਦੀਆਂ। ਔਰ ਜਰਨਲ ਦੇ ਲਈ ਜਿਹੜੇ ਅਸਾਮੀਆਂ 83 ਲਿਖੀਆਂ ਹੋਈਆਂ ਨੇ। ਤਾਂ ਕਹਿਣ ਦਾ ਮਤਲਬ ਕੀ ਹੈ ਇੱਥੇ, ਹਾਂਜੀ ਕੀ ਹੈ ਕਿ ਜਰਨਲ ਦੇ ਲਈ ਜਿਹੜੀਆਂ ਅਸਾਮੀਆਂ 293 ਆ, ਪਰ ਰਿਜ਼ਰਵੇਸ਼ਨ ਜਿਹੜੀ ਇਹਨਾਂ ਦੇ ਵਿੱਚੋਂ ਦਿੱਤੀ ਜਾਈ ਹੈ 83 ਅਸਾਮੀਆਂ ਜਿਹੜੀਆਂ ਫੀਮੇਲ ਦੇ ਲਈ ਹੋਣਗੀਆਂ, ਵੂਮੈਨ ਦੇ ਲਈ ਹੋਣਗੀਆਂ। 33% ਰਿਜ਼ਰਵੇਸ਼ਨ। SC MB ਦੇ ਵਿੱਚ ਜਿਹੜਾ 33% ਰਿਜ਼ਰਵੇਸ਼ਨ ਜਿਹੜੀ ਔਰਤਾਂ ਨੂੰ ਦਿੱਤੀ ਹੈਗੀ। ਟੋਟਲ 74 ਅਸਾਮੀਆਂ ਹੋਣਗੀਆਂ। ਉਸੇ ਤਰ੍ਹਾਂ ਜਿਵੇਂ ਜੇਕਰ ਗੱਲ ਕੀਤੀ ਜਾਵੇ, ਨੈਕਸਟ ਦੇਖਦੇ ਹਾਂ SC RO ਦੇ ਲਈ 75 ਅਸਾਮੀਆਂ ਜਿਹੜੀਆਂ ਹੋਣਗੀਆਂ। ਠੀਕ ਹੈ, ਔਰ ਰਿਜ਼ਰਵੇਸ਼ਨ ਦੇ ਅਕੋਰਡਿੰਗ ਜਿਹੜਾ 30 ਅਸਾਮੀਆਂ ਜਿਹੜੀਆਂ ਔਰਤਾਂ ਦੇ ਲਈ ਹੋਣਗੀਆਂ। ਪ੍ਰੋਪਰ ਤੁਸੀਂ ਨੋਟਸ ਜਿਹੜਾ ਦੇਖ ਸਕਦੇ ਹੋ ਸਾਰਾ। ਔਰ 242 ਅਸਾਮੀਆਂ ਰਿਜ਼ਰਵੇਸ਼ਨ ਦੇ ਅਕੋਰਡਿੰਗ ਜਿਹੜਾ ਫੀਮੇਲਸ ਦੇ ਲਈ ਹੋਣਗੀਆਂ ਵੱਖ-ਵੱਖ ਕੈਟਾਗਰੀ ਦੇ ਵਿੱਚ। ਔਰ ਇਹਨਾਂ ਅਸਾਮੀਆਂ ਦੇ ਲਈ ਜਿਹੜਾ ਗਿਣਤੀ ਘਟਾਈ ਵਧਾਈ ਜਾ ਸਕਦੀ ਹੈ, ਜਾਂ ਇਹਨਾਂ ਅਸਾਮੀਆਂ ਨੂੰ ਖਾਰਜ ਕਰਨ ਦਾ ਜਿਹੜਾ ਵਿਭਾਗ ਕੋਲੇ ਜਿਹੜਾ ਇੱਕ ਅਹੁਦਾ ਹੁੰਦਾ ਤਾਂ ਉਹ ਕਰ ਵੀ ਸਕਦੇ ਆ। ਸੋ ਹੋਏ ਇਸ ਭਰਤੀ ਦੇ ਸੰਬੰਧੀ ਸੋਧ ਕੀਤੀ ਜਾ ਸਕਦੀ ਹੈ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ। ਠੀਕ ਹੈ, ਤਾਂ ਉਹ ਵਿਭਾਗ ਦੀ ਆਪਣੀ ਹੀ ਮਰਜ਼ੀ ਹੋਏਗੀ। ਔਰ ਜੇਕਰ ਗੱਲ ਕੀਤੀ ਹੈ ਐਕਸ ਸਰਵਿਸਮੈਨ ਜਰਨਲ, ਐਕਸ ਸਰਵਿਸਮੈਨ SC, ਐਕਸ ਸਰਵਿਸਮੈਨ BC, ਤਾਂ ਉਹ ਆਪ ਹੀ ਅਪਲਾਈ ਕਰ ਸਕਣਗੇ। ਠੀਕ ਹੈ, ਤਾਂ ਉਮੀਦਵਾਰ ਨੂੰ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਇਹ ਅਸਾਮੀਆਂ ਡਿਪੈਂਡੈਂਟ ਉਮੀਦਵਾਰ ਵਜੋਂ ਭਰੀਆਂ ਜਾ ਸਕਦੀਆਂ। ਡਿਪੈਂਡੈਂਟ ਵੀ ਭਰ ਸਕਦੇ ਆ ਜੇਕਰ ਇਹ ਜਿਹੜਾ ਐਕਸ ਸਰਵਿਸਮੈਨ ਆਪ ਖੁਦ ਨਹੀਂ ਭਰ ਰਿਹਾ, ਤਾਂ ਉਸ ਦੇ ਅਕੋਰਡਿੰਗ ਡਿਪੈਂਡੈਂਟ ਅਸਾਮੀਆਂ ਇਸ ਨੂੰ ਭਰ ਸਕਦੇ ਆ ਜਿਹੜੇ ਡਿਪੈਂਡੈਂਟ ਕੈਂਡੀਡੇਟ ਹੈਗੇ ਆ। ਤਾਂ ਉਸ ਤੋਂ ਬਾਅਦ ਗੱਲ ਕੀਤੀ ਹੋਵੇ ਸ਼੍ਰੇਣੀ ਕੋਡ ਦਿੱਤਾ ਹੋਇਆ, ਤੁਸੀਂ ਧਿਆਨ ਨਾਲ ਭਰਨਾ ਹੈਗਾ ਹਰੇਕ ਕੈਟਾਗਰੀ ਦਾ। ਜਿਵੇਂ ਜਰਨਲ ਦਾ 101 ਹੈਗਾ, ਤਾਂ ਵੱਖ-ਵੱਖ ਕੈਟਾਗਰੀਆਂ ਦੇ ਜਿਹੜੇ ਕੋਡ ਦਿੱਤੇ ਗਏ ਆ। ਤਾਂ ਇਹਨਾਂ ਦੀ ਜਿਹੜੀ ਸ਼ਾਰਟ ਫਾਰਮ ਨੂੰ ਜਿਹੜਾ EWS ਜਰਨਲ ਦਾ ਮਤਲਬ ਕਿ ਆਰਥਿਕ ਤੌਰ 'ਤੇ ਪਛੜੇ ਆਮ ਵਰਗ ਜਿਹਨੂੰ ਕਹਿ ਲਈਏ, ਤਾਂ ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ। ਤੁਸੀਂ ਇਹ ਵੀ ਜਿਹੜਾ ਨੋਟ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿਹੜੀ ਅਸਾਮੀ ਦਾ ਕੀ ਨਾਮ ਹੈ ਪੂਰਾ ਪ੍ਰੋਪਰ, ਤਾਂ ਉਹਦੇ ਵਿੱਚ ਕੀ ਕੈਟਾਗਰੀ ਨੂੰ ਅਸੀਂ ਕੀ ਬੋਲ ਰਹੇ ਹਾਂ। ਜਿਵੇਂ ਇਹਨਾਂ ਨੇ ਲਿਖਿਆ ESM, ਠੀਕ ਹੈ, SC RO ਸੈਲਫ, ਇਹਦਾ ਮਤਲਬ ਸਾਬਕਾ ਫੌਜੀ, ਅਨੁਸੂਚਿਤ ਜਾਤੀ, ਰਮਦਾਸੀ ਅਤੇ ਹੋਰ ਖੁਦ ਭਰ ਸਕਦੇ ਆ। ਤਾਂ ਇਹ ਚੀਜ਼ ਲਿਖੀ ਹੋਈ ਆ, ਤਾਂ ਇਹ ਬਿਲਕੁਲ ਸਿੰਪਲ ਜੀ ਗੱਲ ਹੈ। ਹੁਣ ਗੱਲ ਮੇਨ ਹੈ ਆਪਣੇ ਕੋਲੇ ਐਜੂਕੇਸ਼ਨ ਕੁਆਲੀਫਿਕੇਸ਼ਨ। ਤਾਂ ਸਭ ਤੋਂ ਅਹਿਮ ਚੀਜ਼ ਇਹ ਹੁੰਦੀ ਹੈ ਕਿ ਇਸ ਨੂੰ +2 ਪਾਸ ਤਾਂ ਹੋਣਾ ਲਾਜ਼ਮੀ ਹੈ। ਇਹਨਾਂ ਨੇ ਲਿਖਿਆ +2 ਪਾਸ ਹੋਣਾ ਲਾਜ਼ਮੀ ਹੈ। who have passed 2 year diploma course in librarian science from the recognized university ਤੋਂ ਪਾਸ ਹੋਣਾ ਚਾਹੀਦਾ ਸਕੂਲ ਲਾਇਬ੍ਰੇਰੀਅਨ ਵਾਸਤੇ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ 10ਵੀਂ ਪੱਧਰ ਦੀ ਪੰਜਾਬੀ ਜਿਹੜੀ ਪਾਸ ਹੋਣੀ ਲਾਜ਼ਮੀ ਹੈ, ਜਾਂ ਇਸ ਤੋਂ 10ਵੀਂ ਪੱਧਰ ਦੀ ਕੋਈ ਬਰਾਬਰ ਦੀ ਯੋਗਤਾ ਹੈਗਾ ਉਸ ਵਿੱਚ ਵੀ ਪੰਜਾਬੀ ਪਾਸ ਹੋਣੀ ਲਾਜ਼ਮੀ ਮੰਨੀ ਜਾਏਗੀ। ਅਸਾਮੀਆਂ ਦੇ ਲਈ ਜੇਕਰ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਤਨਖਾਹ ਪੇ ਮੈਟ੍ਰਿਕਸ ਲੈਵਲ 4 ਦੇ ਅਧੀਨ ਜਿਹੜੀ ਤਨਖਾਹ ਤੁਹਾਨੂੰ ਦਿੱਤੀ ਜਾਏਗੀ ਬਿਨਾਂ ਕਿਸੇ ਪ੍ਰਕਾਰ ਦੇ ਭੱਤਿਆਂ ਤੋਂ। ਔਰ ਉਸ ਤੋਂ ਬਾਅਦ ਜਿਹੜੀ ਜ਼ਰੂਰੀ ਹੈ ਕਿ ਉਮਰ ਸੀਮਾ ਕੀ ਰਹੇਗੀ। ਉਮਰ ਸੀਮਾ 18 ਤੋਂ 37 ਸਾਲ ਰਹੇਗੀ। 1/1/2021 ਤੱਕ ਜਿਹੜੀ ਉਮਰ ਸੀਮਾ 18 ਤੋਂ 37 ਸਾਲ ਹੋਣੀ ਚਾਹੀਦੀ ਹੈ। ਪਛੜੀਆਂ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਲਈ ਉਮਰ ਸੀਮਾ ਉੱਪਰਲੀ ਹੱਦ ਤੱਕ 42 ਸਾਲ ਰਹੇਗੀ। ਠੀਕ ਹੈ, ਸੋ ਇਸ ਤੋਂ ਇਲਾਵਾ ਰਾਜ ਦੇ ਸਰਕਾਰੀ ਕਰਮਚਾਰੀ ਜਾਂ ਕੇਂਦਰੀ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਨੂੰ ਜਿਹੜੀ ਉੱਪਰਲੀ ਸੀਮਾ 45 ਸਾਲ ਤੱਕ ਹੋਵੇਗੀ। ਔਰ ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਨੂੰ ਜਿਹੜੇ 3 ਸਾਲ ਤੋਂ ਜ਼ਿਆਦਾ ਵੱਧ ਜਿਹੜੀ ਅਸਾਮੀਆਂ ਲਈ ਜਿਹੜੀ ਉਮਰ ਸੀਮਾ ਨਹੀਂ ਦਿੱਤੀ ਜਾਏਗੀ। ਔਰ ਜਿਹੜੇ ਦਿਵਾਂਗ ਹੈ ਉਹਨਾਂ ਲਈ ਜਿਹੜੀ ਉਮਰ ਸੀਮਾ ਮੈਕਸੀਮਮ 47 ਸਾਲ ਹੋਵੇਗੀ। ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਇੱਕ ਨੋਟ ਲਿਖਿਆ ਕਿ ਰਾਜ ਅਤੇ ਸਰਕਾਰੀ ਕਰਮਚਾਰੀਆਂ ਦੀ ਉਮਰ ਸੀਮਾ ਵਿੱਚ ਛੋਟ ਲੈਣ ਵਾਸਤੇ ਔਰ ਵਿਭਾਗ ਤੋਂ NOC ਲੈ ਕੇ ਜਿਹੜਾ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ। ਫੀਸ ਦੀ ਗੱਲ ਕਰ ਲਈਏ, ਉਹੀ ਪਹਿਲਾਂ ਵਾਲਾ ਸਿਸਟਮ ਹੈ ਕਿ ਜੇਕਰ ਜਰਨਲ ਦੀ ਫੀਸ ਦੇਖੀ ਜਾਵੇ ਇਹਨਾਂ ਅਸਾਮੀਆਂ ਦੀ ਲਾਇਬ੍ਰੇਰੀਅਨ ਦੇ ਲਈ ਤਾਂ 1000 ਫੀਸ ਹੈ। ਔਰ SC BC ਅਤੇ ਆਰਥਿਕ ਵਰਗ ਦੇ ਕਮਜ਼ੋਰ ਬੱਚਿਆਂ ਦੇ ਲਈ ਜਿਹੜੀ 250 ਫੀਸ ਹੈ। ਔਰ ਸਾਬਕਾ ਫੌਜੀ ਅਤੇ ਆਸ਼ਰਿਤ ਭਾਵ ਡਿਪੈਂਡੈਂਟ ਜਿਹੜੇ ਹੈਗੇ ਉਹਨਾਂ ਲਈ 200 ਫੀਸ ਹੋਏਗੀ। ਅੰਗਹੀਣ ਦਿਵਾਂਗ ਜਿਹੜੇ ਹੋ ਗਏ ਉਹਨਾਂ ਲਈ 500 ਫੀਸ ਹੋਏਗੀ। ਠੀਕ ਹੈ ਜੀ, ਔਰ ਉਮੀਦਵਾਰ ਦੁਆਰਾ ਫੀਸ ਜਿਹੜੀ ਇੱਕ ਵਾਰ ਭਰਨ ਤੋਂ ਬਾਅਦ ਕਿਸੇ ਤਰ੍ਹਾਂ ਵਾਪਸ ਨਹੀਂ ਹੋਏਗੀ। ਔਰ ਰਾਖਵਾਂਕਰਨ ਸੰਬੰਧੀ ਜਿਹੜੀਆਂ ਕੁਝ ਮਹੱਤਵਪੂਰਨ ਹਦਾਇਤਾਂ ਹੈਗੀਆਂ ਕਿ ਸਟੇਜ
ਸਟੇਜ ਤੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਕੀਤਾ ਜਾਏਗਾ। ਕਹਿਣ ਦਾ ਮਤਲਬ ਵੀ ਜਦੋਂ ਵੀ ਤੁਸੀਂ ਅਪਲਾਈ ਕਰ ਦਿੱਤਾ ਉਸ ਤੋਂ ਬਾਅਦ ਕਿਸੇ ਵੀ ਸਟੇਜ ਤੇ ਤੁਹਾਡਾ ਸ਼੍ਰੇਣੀ ਕੋਡ ਤਬਦੀਲ ਨਹੀਂ ਹੋਏਗਾ। ਤੁਸੀਂ ਆਪਣਾ ਸ਼੍ਰੇਣੀ ਕੋਡ ਜਿਹੜਾ ਧਿਆਨ ਨਾਲ ਭਰਨਾ, ਜੋ ਕਿ ਇਹਨਾਂ ਨੇ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਹੋਇਆ। ਔਰ ਰਾਖਵਾਂਕਰਨ ਦਾ ਲਾਭ ਲੈਣ ਲਈ ਤੁਸੀਂ ਪੰਜਾਬ ਦੇ ਵਸਨੀਕ ਜਿਹੜੇ ਹੋਣੇ ਜ਼ਰੂਰੀ ਹੋ। ਔਰ ਇਹਨਾਂ ਲਿਖਿਆ ਕਿ ਕਾਉਂਸਲਿੰਗ ਦੇ ਦੌਰਾਨ ਜਿਹੜੇ ਤੁਸੀਂ ਵੀ ਜਿਹੜਾ ਪੰਜਾਬ ਡੋਮੀਸਾਈਲ ਜਿਹੜਾ ਸਰਟੀਫਿਕੇਟ ਹੁੰਦਾ, ਤੁਸੀਂ ਜੇਕਰ ਉਹ ਤੁਹਾਡੇ ਕੋਲੇ 5 ਸਾਲ ਪੁਰਾਣਾ ਹੋਣਾ ਚਾਹੀਦਾ। ਜਿਨ੍ਹਾਂ ਨੇ ਹਾਲੇ ਤੱਕ 5 ਸਾਲ ਐਕਸਪਾਇਰ ਹੋ ਚੁੱਕਿਆ, 5 ਸਾਲ ਪੁਰਾਣੇ ਤੋਂ ਜ਼ਿਆਦਾ ਐਕਸਪਾਇਰ ਹੋ ਚੁੱਕਿਆ, ਤਾਂ ਆਪਣੇ ਨਵੇਂ ਜ਼ਰੂਰ ਬਣਵਾ ਲੈਣ। ਜੇਕਰ ਗੱਲ ਕੀਤੀ ਜਾਵੇ ਨੈਕਸਟ ਕੀ ਲਿਖਿਆ ਕਿ ਜਿਹੜੇ ਤੁਹਾਡੇ ਕੋਈ ਵੀ ਸਰਟੀਫਿਕੇਟ ਹੈ ਉਹ ਸਮਰੱਥ ਅਥਾਰਟੀ ਦੇ ਅਪਲਾਈ ਕਰਨ ਦੀ ਮਿਤੀ ਤੋਂ ਪਹਿਲਾਂ ਦੇ ਜਾਰੀ ਹੋਣੇ ਚਾਹੀਦੇ ਆ। ਭਾਵ ਉਹ ਜਦੋਂ ਤੁਸੀਂ ਅਪਲਾਈ ਕਰ ਰਹੇ ਅਪਲਾਈ ਦੀ ਮਿਤੀ ਤੋਂ ਭਾਵ 5 ਤੋਂ ਜਿਹੜਾ ਅਪਲਾਈ ਹੋਣ ਜਾ ਰਿਹਾ ਤਾਂ 5 ਤੋਂ ਪਹਿਲਾਂ ਦੇ ਜਿਹੜੇ ਤੁਹਾਡੇ ਸਰਟੀਫਿਕੇਟ ਹੋਣੇ ਚਾਹੀਦੇ ਆ ਉਸ ਡੇਟ ਤੋਂ। ਠੀਕ ਹੈ ਜੀ। ਔਰ ਇਸ ਤੇ ਲਿਖਿਆ ਨਾਲ ਹੀ ਕਿ ਜੇਕਰ ਕੋਈ ਉਮੀਦਵਾਰ ਉਕਤ ਅਸਾਮੀਆਂ ਲਈ ਸ਼੍ਰੇਣੀ ਕੋਡ ਦੇ ਵਿਰੁੱਧ ਅਪਲਾਈ ਕਰਦਾ ਹੈ, ਭਾਵ ਉਹਦਾ ਕਿਸੇ ਵੀ ਸ਼੍ਰੇਣੀ ਵਿੱਚੋਂ ਨਹੀਂ ਆਉਂਦਾ ਤਾਂ ਉਹ ਅਪਲਾਈ ਕਰਦਾ ਹੈ, ਠੀਕ ਹੈ, ਤਾਂ ਉਸ ਨੂੰ ਕੋਈ ਸ਼੍ਰੇਣੀ ਕੋਡ ਨਹੀਂ ਮਿਲਦਾ ਆਪਣੀ ਕਾਸਟ ਦਾ, ਤਾਂ ਫਿਰ ਉਹਦੀ ਜਿਹੜੀ ਪੋਸਟ ਰੱਦ ਸਮਝੀ ਜਾਏਗੀ। ਤਾਂ ਉਹ ਇੱਕ ਚੀਜ਼ ਨੂੰ ਧਿਆਨ ਜ਼ਰੂਰ ਰੱਖ ਲੈਣ। ਜੇਕਰ ਤੁਹਾਡਾ ਉੱਥੇ ਸ਼੍ਰੇਣੀ ਕੋਡ ਮਿਲਦਾ ਹੈ ਤਾਂ ਹੀ ਤੁਸੀਂ ਪੋਸਟ ਅਪਲਾਈ ਕਰ ਸਕਦੇ ਹੋ। ਚੋਣ ਵਿਧੀ ਕੀ ਹੋਏਗੀ? ਸਭ ਤੋਂ ਅਹਿਮ ਗੱਲ ਹੈ ਆਬਜੈਕਟਿਵ ਟਾਈਪ ਟੈਸਟ ਹੋਏਗਾ। ਆਬਜੈਕਟਿਵ ਟਾਈਪ ਟੈਸਟ ਹੋਏਗਾ, ਲਿਖਤੀ ਟੈਸਟ ਹੋਏਗਾ। ਹੁਣ ਇਹ ਟੈਸਟ ਕਿੰਨੇ ਨੰਬਰ ਦਾ ਹੋਏਗਾ ਉਸ ਬਾਰੇ ਵੀ ਗੱਲ ਕਰਾਂਗੇ। ਤਾਂ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਸਾਂਝੀ ਮੈਟ ਬਣਾਈ ਜਾਏਗੀ, ਕਾਮਨ ਮੈਟ, ਭਾਵ ਪੁਰਸ਼ ਅਤੇ ਇਸਤਰੀਆਂ ਦੀ। ਔਰ ਜੇਕਰ ਗੱਲ ਕੀਤੀ ਹੈ ਸ਼੍ਰੇਣੀ ਦੇ ਉਮੀਦਵਾਰ ਲਈ ਆਬਜੈਕਟਿਵ ਟਾਈਪ, ਹਰ ਸ਼੍ਰੇਣੀ ਦਾ ਜਿਹੜਾ ਕੋਈ ਉਮੀਦਵਾਰ ਹੈਗਾ ਤਾਂ ਹਰੇਕ ਲਈ 40% ਅੰਕ ਲੈਣੇ ਜ਼ਰੂਰੀ ਹੋਣਗੇ। ਮੰਨ ਲਓ ਜੇਕਰ ਮੈਟ ਮੰਨ ਲਓ ਘੱਟ ਹੈਗੀ ਆ, ਮੰਨ ਲਓ ਹਰੇਕ ਸਟੂਡੈਂਟ ਦੇ 100 ਦੇ ਵਿੱਚੋਂ ਇਹ ਸਮਝੋ ਕਿ 50 ਨੰਬਰ ਆ ਗਏ, ਠੀਕ ਹੈ, ਤਾਂ ਉਸ ਤੋਂ ਪਹਿਲੇ ਪਿੱਛੇ 30 ਨੰਬਰ ਵਾਲਾ ਵੀ ਆ ਗਿਆ, ਪਰ 30 ਨੰਬਰ ਦੇ ਅਕੋਰਡਿੰਗ ਵੀ ਉਸ ਦੇ ਲਈ ਬਸ ਪੋਸਟਾਂ ਖਾਲੀ ਪਈਆਂ ਨੇ, ਠੀਕ ਹੈ, ਤਾਂ ਉਸ ਨੂੰ ਵਿਚਾਰਿਆ ਨਹੀਂ ਜਾਏਗਾ। ਤਾਂ ਹਰੇਕ ਕੈਂਡੀਡੇਟ ਦੇ ਮੈਕਸੀਮਮ ਜਿਹੜੇ ਨੰਬਰ ਉਹ 40% ਹੋਣੇ ਲਾਜ਼ਮੀ ਹੈਗੇ ਆ ਲਿਖਤੀ ਟੈਸਟ ਦੇ ਵਿੱਚੋਂ, ਠੀਕ ਹੈ। ਸੋ ਘੱਟ ਤੋਂ ਘੱਟ 40% ਨੰਬਰ ਵਾਲਾ ਹੀ ਜਿਹੜਾ ਯੋਗ ਮੰਨਿਆ ਜਾਏਗਾ। ਉਸ ਤੋਂ ਘੱਟ ਨੰਬਰ ਵਾਲਾ ਚਾਹੇ ਪੋਸਟਾਂ ਖਾਲੀ ਹੀ ਰਹੇ ਹਨ ਤਾਂ ਉਸ ਨੂੰ ਫੇਲ ਤਾਂ ਅਯੋਗ ਕਰਾਰ ਦਿੱਤਾ ਜਾਏਗਾ। ਸੋ ਇਸ ਚੀਜ਼ ਨੂੰ ਜ਼ਰੂਰ ਨੋਟ ਰੱਖਿਓ। ਉਸ ਤੋਂ ਬਾਅਦ ਪ੍ਰੀਖਿਆ ਵਿੱਚ ਜੇਕਰ ਮੈਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਫਿਰ ਉਸ ਤੋਂ ਬਾਅਦ ਜਨਮ ਮਿਤੀ ਨੂੰ ਵਿਚਾਰਿਆ ਜਾਏਗਾ। ਜੇਕਰ ਜਨਮ ਮਿਤੀ ਦੀ ਬਰਾਬਰਤਾ ਸਾਹਮਣੇ ਆਉਂਦੀ ਹੈ ਤਾਂ ਫਿਰ ਇਸ ਤੋਂ ਸੰਬੰਧੀ ਉਮੀਦਵਾਰ ਦੀ ਮੰਗੀ ਜਿਹੜੀ ਵਿਦਿਅਕ ਯੋਗਤਾ ਹੈ ਉਸ ਨੂੰ ਵਿਚਾਰਿਆ ਜਾਏਗਾ। ਜੇਕਰ ਉਹ ਵਿਦਿਅਕ ਯੋਗਤਾ ਵੀ ਲਗਭਗ ਕਿਸੇ ਤਰ੍ਹਾਂ ਬਰਾਬਰ ਹੁੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਮੈਟ੍ਰਿਕ ਨੂੰ ਵਿਚਾਰਿਆ ਜਾਏਗਾ, ਠੀਕ ਹੈ। ਸੋ ਗੱਲ ਕਰੀਏ ਕਿ ਲਿਖਤੀ ਟੈਸਟ ਮੈਟ ਦੇ ਆਧਾਰ 'ਤੇ 3 ਗੁਣਾ ਜਾਂ ਬੋਰਡ ਵੱਲੋਂ ਕਿਸੇ ਵੀ ਹਦਾਇਤ ਦੇ ਅਨੁਸਾਰ ਕੈਂਡੀਡੇਟ ਬੁਲਾਏ ਜਾਣਗੇ। ਚਲੋ ਜੀ, ਅਸਾਮੀਆਂ ਘਟਾਈਆਂ ਵਧਾਈਆਂ ਜਾ ਸਕਦੀਆਂ। ਲਿਖਤੀ ਟੈਸਟ ਦੀ ਜੇਕਰ ਗੱਲ ਕੀਤੀ ਤਾਂ ਆਨਲਾਈਨ ਐਡਮਿਟ ਕਾਰਡ ਜਿਹੜੇ ਜਾਰੀ ਕੀਤੇ ਜਾਣਗੇ ਲਿਖਤੀ ਟੈਸਟ ਲਈ। ਤਾਂ ਆਨਲਾਈਨ ਐਡਮਿਟ ਕਾਰਡ 'ਤੇ ਤੁਹਾਡਾ ਜਿਹੜਾ ਸੈਂਟਰ ਪ੍ਰੀਖਿਆ ਦਾ ਕੇਂਦਰ ਜਿਹੜਾ ਸਭ ਕੁਝ ਜਿਹੜਾ ਉਹ ਤੁਹਾਨੂੰ ਬਾਅਦ ਦੇ ਵਿੱਚ ਹੀ ਪਤਾ ਲੱਗੇਗਾ। ਸੋ ਇਹਨਾਂ ਦੀ ਇਹ ਵੈਬਸਾਈਟ ਹੈਗੀ ਹੈ www.punjab.gov.in 'ਤੇ। ਔਰ ਕੋਈ ਵੀ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਹੈ ਤਾਂ ਇਸ ਨੋਟਸ ਨੂੰ ਜਿਹੜਾ ਤੁਸੀਂ ਫੁੱਲ ਪੜ੍ਹਿਓ ਔਰ ਇਸ ਵੀਡੀਓ ਦੇ ਨੀਚੇ ਜਿਹੜਾ ਕਮੈਂਟ ਬਾਕਸ ਵਿੱਚ ਜਿਹੜਾ ਕਮੈਂਟ ਵੀ ਕਰ ਸਕਦੇ ਹੋ। ਫੀਸ ਭਰਨ ਲਈ ਉਮੀਦਵਾਰ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਫਾਰਮੈਟ ਵਿੱਚ ਭਰਨੀ ਹੋਵੇਗੀ ਜਦੋਂ ਵੀ ਤੁਸੀਂ ਫੀਸ ਭਰਨੀ ਹੋਏਗੀ, ਠੀਕ ਹੈ। ਸੋ ਫੀਸ ਆਨਲਾਈਨ ਹੀ ਅਪਲਾਈ ਹੋ ਜਾਏਗੀ ਇਹਦੇ ਕੋਰਸ ਦੇ ਲਈ। ਔਰ ਫੀਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਕਿਸੇ ਵੀ ਉਮੀਦਵਾਰ ਨੂੰ। ਜੇਕਰ ਇਹਨਾਂ ਨੇ ਲਿਖਿਆ ਕਿ ਕਿਸੇ ਤਕਨੀਕੀ ਦੇ ਕਾਰਨ ਦੇ ਕਰਕੇ ਤੁਸੀਂ ਅਪਲਾਈ ਜਾਂ ਫੀਸ ਨਹੀਂ ਭਰ ਸਕਦੇ ਤਾਂ ਤੁਹਾਡੀ ਪਾਤਰਤਾ ਰੱਦ ਹੋ ਜਾਏਗੀ। ਤਾਂ ਇਸ ਲਈ ਤੁਸੀਂ ਉਹ ਵਿਭਾਗ ਨੂੰ ਕਿਸੇ ਵੀ ਤਰ੍ਹਾਂ ਦਾ ਦੋਸ਼ ਨਹੀਂ ਦੇ ਸਕਦੇ। ਉਹਨਾਂ ਨੇ ਸਪੈਸ਼ਲ ਲਿਖ ਦਿੱਤਾ ਤਾਂ ਆਪਣਾ ਜਿੰਨਾ ਜਲਦੀ ਹੋ ਜੇ ਭਰ ਦਿਓ, ਠੀਕ ਹੈ। ਬਾਅਦ 'ਚ ਤੁਸੀਂ ਕਹਿੰਦੇ ਕਿ ਵੈਬਸਾਈਟ ਰੁਕ ਗਈ ਜਾਂ ਇਸ ਤਰ੍ਹਾਂ ਹੋ ਗਿਆ ਤਾਂ ਉਹ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਹੋਏਗੀ। ਚਲੋ ਜੀ, ਉਸ ਤੋਂ ਬਾਅਦ ਨੈਕਸਟ ਦੇਖ ਲੈਂਦੇ ਹਾਂ ਕਿ 40% ਅੰਕ ਜਿਹੜੇ ਹੋਣੇ ਲਾਜ਼ਮੀ ਹੈ ਟੈਸਟ ਤੋਂ ਪਾਸ। ਤਾਂ ਬਾਕੀ ਇਸ ਦੇ ਵਿੱਚ ਹੋਰ ਕੋਈ ਖਾਸ ਜਾਣਕਾਰੀ ਨਹੀਂ ਲੱਗਦੀ। ਸੋ ਜਿੰਨੀ ਜਿਹੜੀ ਇਨਫੋਰਮੇਸ਼ਨ ਜਿਹੜੀ ਇੰਪੋਰਟੈਂਟ ਸੀ ਉਹ ਤੁਹਾਨੂੰ ਦੱਸ ਦਿੱਤੀ ਹੈ। ਇੱਕ ਲਾਸਟ ਇਨਫੋ ਹੈਗੀ ਹੈ ਕਿ ਅਸਾਮੀਆਂ ਲਈ ਅਪਲਾਈ ਕਰਨ ਸੰਬੰਧੀ ਕੋਈ ਵੀ ਮੁਸ਼ਕਲ ਔਕੜ ਆਉਂਦੀ ਹੈ ਤਾਂ ਇਹਨਾਂ ਦੀ ਈਮੇਲ ਹੈਗੀ ਆ help@2104@gmail.com 'ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ, ਠੀਕ ਹੈ ਜੀ। ਲਾਸਟ ਡੇਟ ਤੁਹਾਨੂੰ ਦੱਸ ਚੁੱਕੇ ਹਾਂ। ਸੋ 26 ਲਗਭਗ ਲਾਸਟ ਡੇਟ ਰਹੇਗੀ। ਸੋ ਇਹਨਾਂ ਪੋਸਟਾਂ ਲਈ ਅਪਲਾਈ ਜ਼ਰੂਰ ਕਰੋ ਜਿਹੜੇ ਵੀ ਐਲੀਜੀਬਲ ਹੈਗੇ ਆ। ਸੋ ਜੇਕਰ ਤੁਹਾਨੂੰ ਇਨਫੋ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦੱਬੋ। ਮਿਲਾਂਗੇ ਇੱਕ ਹੋਰ ਨਵਾਂ ਵੀਡੀਓ ਲੈ ਕੇ।